ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, 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 ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ ਜੀ। ਸਤਿਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੋ ਰਹੀ ਹੈ, ਰਹਿਮਤ ਹੋ ਰਹੀ ਹੈ। ਧੰਨ ਧੰਨ ਸ਼ਹੀਦ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਯਾਦ ਵਿੱਚ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸਵਰਨ ਸਿੰਘ ਜੀ ਮੱਲੀ, ਜਿਨ੍ਹਾਂ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਤੇ ਇਹ ਮਹਾਨ ਸਮਾਗਮ ਆਰੰਭ ਕੀਤੇ। ਅੱਜ ਉਹਨਾਂ ਸਮਾਗਮਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਮਹਾਂਪੁਰਸ਼ਾਂ ਦੇ ਸੁਪੁੱਤਰ ਸ਼੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਮੱਲੀ ਹੂ ਬਹੂ ਉਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੜ ਅਖੰਡ ਪਾਠ ਸਾਹਿਬ ਆਰੰਭ ਕਰਾਉਂਦੇ ਹਨ। ਅੱਜ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ। ਸ੍ਰੀ ਸਹਿਜ ਸੰਪੜ ਪਾਠ ਜੀ ਦੇ ਭੋਗ ਪਏ ਨੇ। ਸ਼ੁਕਰਾਨੇ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ। ਬਖਸ਼ਿਸ਼ ਹੋ ਰਹੀ ਹੈ, ਰਹਿਮਤ ਹੋ ਰਹੀ ਹੈ। ਜੋ ਸਮਾਂ ਸਤਿਗੁਰੂ ਸਾਹਿਬ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਥੋੜੇ ਤੋਂ ਥੋੜਾ ਸਮਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਨਾਮ ਸਿਮਰਨ ਜਪਣਾ, ਨਾਮ ਸਿਮਰਨ ਸਰਵਣ ਕਰਨਾ, ਸੁਣਤੇ ਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਕਰਨ ਵਾਲੇ ਨਾਲੋਂ ਸੁਣਨ ਵਾਲੇ ਨੂੰ ਜ਼ਿਆਦਾ ਮਹਾਤਮ ਹੈ। ਸਤਿਗੁਰੂ ਜੀ ਕਿਰਪਾ ਕਰਨ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਕਰਕੇ ਜਿਤਨਾ ਵੀ ਸਮਾਂ ਸਤਿਗੁਰੂ ਜੀ ਨੇ ਆਪਾਂ ਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਉਹ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਬਾਣੀ ਬਾਣਿਆ, ਸਤਿਗੁਰੂ ਜੀ ਦਾ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਇਹ ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਮੱਲੀ ਦੱਸ ਰਹੇ ਸਨ ਕਿ ਬੇਅੰਤ ਸੰਗਤਾਂ ਆਈਆਂ ਪੰਜਾਬ ਦੇ ਵਿੱਚੋਂ, ਫਿਰੋਜ਼ਪੁਰ ਤੋਂ, ਖੰਨੇ ਤੋਂ, ਲੁਧਿਆਣੇ ਤੋਂ, ਦਿੱਲੀ ਤੋਂ, ਫਰੀਦਾਬਾਦ ਤੋਂ ਬੇਅੰਤ ਸੰਗਤਾਂ ਨੇ ਅੱਜ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹੈ। ਇਹ ਸਮਾਂ ਜਿਹੜਾ ਹੈ ਨਾ ਕਲਯੁਗ ਦਾ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ। ਇਹ ਮਨੁੱਖਾ ਜਨਮ ਹੀ ਆਪਾਂ ਨੂੰ ਨਾਮ ਸਿਮਰਨ ਜਪਣ ਵਾਸਤੇ, ਬੰਦਗੀ ਕਰਨ ਵਾਸਤੇ, ਸੇਵਾ ਕਰਨ ਵਾਸਤੇ ਮਿਲਿਆ ਹੈ। ਆਓ ਸਤਿਗੁਰੂ ਜੀ ਸਾਹਿਬ ਜੀ ਕਿਰਪਾ ਕਰਨ, ਰਸਨਾ ਤੇ ਆਪ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਗੁਰਬਾਣੀ ਦਾ ਕੀਰਤਨ ਕਰਵਾ ਲੈਣ। ਸੰਤ ਸਜਨ ਜੋ ਜਨ ਬਨੇ,
सोजन उदरन हार संत शरण जो जन मरे संत शरण जो जन मरे संत की निंदा नानका संत की निंदा नानका बहुर बहुर अवतार बहुर बहुर अवतार संत शरण जो जन परे संत शरण जो जन परे संत शरण जो जन परे संत शरण जो जन सोजन उदरन हार सोजन उदरन हार संत शरण जो संत शरण जो संत शरण जो जन परे कोई बोले राम राम कोई खुदाए कोई सेवे गोसैया कोई अल्लाह कोई बोले राम राम कोई खुदाए कोई सेवे गोसैया कोई अलाए कारण कारण करण करीम कृपा धार तार रहीम कारण कारण करण करीम कृपा धार तार
कोई सेवे गुसैया कोई अलाए। कोई नावे तीरथ कोई हाज जाए, कोई करे पूजा कोई सिर निभाए, कोई नावे तीरथ कोई हज जाए जाए। कोई करे पूजा कोई सिर निभाए, कोई नावे तीरथ कोई हज जाए, कोई करे पूजा कोई सिर निभाए, कोई करे पूजा कोई सिर निभाए, कोई करे पूजा कोई सिर निभाए, कोई करे पूजा कोई सिर निभाए। कोई बोले राम राम कोई खुदाए, कोई करे गुसैया कोई अलाए। कोई बोले राम राम कोई खुदाए, कोई करे गुसैया कोई अलाए। बोले राम कोई पढ़े वेद कोई कतेव, कोई ओढ़े नील कोई सफेद, कोई पढ़े वेद कोई कतेव, कोई ओढ़े नील कोई सफेद, कोई ओढ़े नील कोई सफेद, कोई ओढ़े नील कोई सफेद। कोई भोले राम कोई खुदाए, कोई सिर गुसैया कोई अलाए। कोई भोले राम कोई खुदाए, कोई सिर गुसैया कोई अलाए। कारण कारण करण करीम, कृपा धार धार रहीम। कारण कारण करण करीम, कृपा धार धार रहीम। कृपा धार धार रहीम, कृपा धार धार रहीम। कोई भोले राम कोई
कोई सेवे गोसैया कोई अलाए, कोई सेवे गोसैया कोई अलाए। कोई कहे तुरक, कोई कहे हिंदू, कोई बाशे पिसेत, कोई सोर हिंदू, कोई कहे तुरक, कोई कहे हिंदू, कोई बचे पिसत, कोई सुरगिंदू। कहो नानक दिन हुक्म बशा, प्रभ साहेब का दिन भेद जाना। कहो नानक दिन हुक्म बशाता, प्रभ साहेब का दिन भेद जाता, प्रभ साहेब का दिन भेद जाता, प्रभ साहेब का दिन भेद जाता। कोई बोले राम राम, कोई खुदाए, कोई सेवे गोसैया कोई अलाए, कोई बोले राम राम, कोई खुदाए, कोई सेवे गोसैया कोई अलाए। कारण कारण करण करीम, कृपा दार तार रहीम। कारण करन कारण करन करें, कारण करन करें। कृपा कृपा दार रही। उस अकाल पुरख वाहिगुरु दे रूप रंग अर रेख पेख को कह न सकत के। ਉਹਦੇ रंग भी अनेक ने, रूप भी अनेक ने। कोई बोले राम राम, कोई खुदाए। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਮਰਨ ਕਰਦਾ ਹੈ, ਕੋਈ ਰਾਮ ਰਾਮ ਕਹਿੰਦਾ ਹੈ, ਕੋਈ ਖੁਦਾਏ, ਉਹ ਖੁਦਾ ਨੂੰ ਯਾਦ ਕਰਦਾ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੇ ਯਾਦ ਵਿੱਚ ਆਪ ਜੁੜ ਬੈਠੇ ਹੋ, ਧੰਨ ਧੰਨ ਸ਼ਹੀਦ ਬਾਬਾ ਵੀਰ ਸਿੰਘ ਸਾਹਿਬ ਜੀ ਨੌਰੰਗਾਬਾਦ ਵਾਲੇ ਮਹਾਂਪੁਰਸ਼, कहनी कथनी दे पूरे ਧੰਨ ਧੰਨ ਬਾਬਾ ਵੀਰ ਸਿੰਘ ਜੀ, ਜਿਨ੍ਹਾਂ ਦੇ ਪਿਤਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋਏ। ਕਸ਼ਮੀਰ ਦੀ ਜੰਗ ਫਤਿਹ ਹੋਈ। ਉਸ ਫਤਿਹ ਜੰਗ ਵਿੱਚ ਬਾਬਾ ਵੀਰ ਸਿੰਘ ਜੀ ਦੇ ਪਿਤਾ ਜੀ ਜੰਗ ਦੇ ਵਿੱਚ ਸ਼ਹੀਦ ਹੋ ਗਏ। ਉਹਨਾਂ ਤੋਂ ਉਪਰੰਤ
ਧੰਨ ਧੰਨ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ ਫੌਜ ਵਿੱਚ ਭਰਤੀ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਸੰਤ ਬਾਬਾ ਭਾਗ ਸਿੰਘ ਜੀ ਕੁਰੀਆਂ ਵਾਲੇ, ਉਹਨਾਂ ਦੀ ਪ੍ਰੇਰਨਾ ਦੇ ਸਦਕਾ ਮਹਾਂਪੁਰਸ਼ਾਂ ਦੇ ਨਾਲ ਮਿਲਾਪ ਹੋਇਆ ਤੇ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਦੇ ਪਾਸ ਲੈ ਕੇ ਆਏ ਨਾ ਜਿਸ ਵਕਤ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ, ਤੇ ਨਾਮ ਸਿਮਰਨ ਦੇ ਨਾਲ ਜੋੜ ਦਿੱਤਾ। ਜਿੱਥੇ ਫੌਜ ਵਿੱਚ ਨੌਕਰੀ ਕਰਦੇ ਨੇ, ਆਪਣੇ ਅਭਿਆਸ ਕਰਦੇ ਨੇ, ਸਿਮਰਨ ਕਰਦੇ ਨੇ, ਨਿਤਨੇਮ ਕਰਦੇ ਨੇ। ਇੱਕ ਦਿਨ ਜੰਗ ਦੇ ਵਿੱਚ ਐਸਾ ਸਮਾਂ ਆਇਆ ਕਿ ਮੁਗਲਾਂ ਨੇ ਘੇਰਾ ਪਾ ਲਿਆ ਬਾਬਾ ਵੀਰ ਸਿੰਘ ਜੀ ਦੇ ਸਾਰੇ ਜਥੇ ਨੂੰ। ਧੰਨ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਜੇ ਇਹ ਘੇਰਾ ਵਾ ਨਾ ਇਹ ਟੁੱਟ ਜਾਵੇ, ਸਾਰੇ ਸਿੰਘ ਅਸੀਂ ਸਹੀ ਸਲਾਮਤ ਬਾਹਰ ਚਲੇ ਜਾਈਏ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚੋਜ ਵਰਤਾਇਆ, ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਉਸ ਘੇਰੇ ਤੋਂ ਬਾਹਰ ਹੋਏ। ਬਾਬਾ ਵੀਰ ਸਿੰਘ ਜੀ ਦੇ ਮਨ ਵਿੱਚ ਆਇਆ, ਜਿਨੇ ਐਸੇ ਘੇਰੇ ਵਿੱਚੋਂ ਮੈਨੂੰ ਕੱਢ ਲਿਆ ਏ ਤੇ ਇਹ ਭਵਜਲ ਸੰਸਾਰ ਤੋਂ ਕਿਉਂ ਨਾ ਕੱਢ ਸਕੇਗਾ। ਮੈਂ ਇਹਦਾ ਸਿਮਰਨ ਕਰਨਾ ਹੈ, ਮੈਂ ਇਹਦੀ ਨੌਕਰੀ ਕਰਨੀ ਹੈ, ਮੈਂ ਇਹਦੀ ਚਾਕਰੀ ਕਰਨੀ ਹੈ, ਮੈਂ ਇਸ ਦੀ ਚਾਕਰੀ ਕਰਨੀ ਹੈ। ਹੁਣ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਨਹੀਂ ਕਰਨੀ। ਨਾਮ ਸਿਮਰਨ ਵਿੱਚ ਜੁੜ ਗਏ, ਬੰਦਗੀ ਕਰਨੀ ਸ਼ੁਰੂ ਕੀਤੀ। ਦਿਨ ਰਾਤ ਇੱਕ ਕਰਕੇ ਮਹਾਂਪੁਰਸ਼ ਬੰਦਗੀ ਕਰਦੇ ਰਹੇ, ਸਿਮਰਨ ਕਰਦੇ ਰਹੇ। ਫਿਰ ਮਹਾਂਪੁਰਸ਼ਾਂ ਦੇ ਐਸਾ ਸਮਾਂ ਆਇਆ ਕਿ ਗੁਰੂ ਕਾ ਲੰਗਰ ਵਰਤਾਉਣਾ ਸ਼ੁਰੂ ਕੀਤਾ। ਦਿਨ ਰਾਤ ਗੁਰੂ ਕੇ ਲੰਗਰ ਦੇ ਵਿੱਚ ਰਹਿੰਦੇ। ਇੱਕ ਗ੍ਰੰਥ ਹੈ ਜਿਸ ਦਾ ਨਾਮ ਹੈ ਵੀਰ ਮਗਰੇਸ਼। ਵੀਰ ਮਗਰੇਸ਼ ਬਾਬਾ ਵੀਰ ਸਿੰਘ ਜੀ ਦਾ ਇਤਿਹਾਸ ਹੈ ਵੀਰ ਮਗਰੇਸ਼ ਦੇ ਵਿੱਚ, ਉਹ ਪੜੋ। ਇਤਿਹਾਸਕਾਰ ਦੱਸਦੇ ਨੇ ਕਿ ਬਾਬਾ ਜੀ ਦੇ ਲੰਗਰ ਦੇ ਵਿੱਚ 1.25 ਮਣ ਲੂਣ ਜਿਹੜਾ ਹੈ ਰੋਜ਼ ਵਰਤਦਾ ਹੈ। 1.25 ਮਣ ਲੂਣ ਦਾ ਕਿੰਨੇ ਪਦਾਰਥ ਬਣਦੇ ਹੋਣਗੇ? 50 ਕਿਲੋ ਲੂਣ ਹੋ ਗਿਆ। 40 ਕਿਲੋ ਹੋਵੇ ਫਿਰ ਮਣ ਹੁੰਦਾ ਹੈ, ਤੇ 50 ਕਿਲੋ ਲੂਣ ਰੋਜ਼ ਵਰਤਦਾ। ਦੇਖੋ ਕਿੰਨਾ ਕੁ ਪਦਾਰਥ ਬਣਦੇ ਹੋਣਗੇ। ਗੁਰੂ ਕੇ ਲੰਗਰ ਵਰਤਦੇ ਨੇ, ਅਟੁੱਟ ਦਿਨ ਰਾਤ ਲੰਗਰ ਚੱਲੀ ਜਾਂਦੇ ਨੇ। ਬਾਬਾ ਜੀ ਸਿਮਰਨ ਕਰੀ ਜਾਂਦੇ ਨੇ। ਇੱਕ ਦਿਨ ਲੱਕੜਾਂ ਵਾਸਤੇ, ਲੰਗਰ ਵਾਸਤੇ ਲੱਕੜਾਂ ਦੀ ਲੋੜ ਪੈ ਗਈ ਤੇ ਬਾਬਾ ਵੀਰ ਸਿੰਘ ਜੀ ਨੇ ਆਪਣੇ ਘਰ ਵਿੱਚ ਪਹੁੰਚੇ। ਗੱਗੋ ਬੂਆ, ਝਬਾਲ ਤੋਂ ਅੱਗੇ ਜਾਈਏ ਗੱਗੋ ਬੂਆ, ਉਸ ਤੋਂ ਨਾਲ ਹੀ ਸੁਰ ਸਿੰਘ ਪਿੰਡ ਹੈ। ਸੁਰ ਸਿੰਘ ਦੇ ਨਾਲ ਹੀ ਗੱਗੋ ਬੂਆ ਹੈ। ਬਾਬਾ ਜੀ ਨੇ ਆਪਣੇ ਘਰ ਦੇ ਦਰਵਾਜ਼ੇ, ਚੁਗਾਠਾਂ, ਲੰਬਾਰੀਆਂ ਸਾਰੀਆਂ ਪੱਟ ਕੇ ਲੈ ਕੇ ਨਰੰਗਾਬਾਦ ਆਏ। ਕਹਿੰਦੇ ਇੱਥੇ ਇਹ ਪਈਆਂ ਖਰਾਬ ਹੋ ਜਾਣੀਆਂ, ਗੁਰੂ ਕੇ ਲੰਗਰ ਵਿੱਚ ਵਰਤੋਂ ਆ ਜਾਣਗੀਆਂ। ਆਪਣੇ ਘਰ ਦੀਆਂ ਸਾਰੀਆਂ ਹੀ ਲੱਕੜਾਂ ਜਿਹੜੀਆਂ ਸਨ, ਅਲਮਾਰੀਆਂ, ਚੁਗਾਠਾਂ, ਜੋ ਵੀ ਆਦਿ ਵਸਤੂਆਂ ਸਨ ਲੱਕੜ ਦੀਆਂ, ਉਹ ਸਾਰੀਆਂ ਲੈ ਕੇ ਜਾ ਗਏ। ਗੁਰੂ ਕੇ ਲੰਗਰ ਵਰਤ ਰਹੇ ਨੇ। ਇੱਕ ਦਿਨ ਐਸਾ ਭਾਣਾ ਵਾਪਰਿਆ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ 2 ਸਪੁੱਤਰ, ਇਤਿਹਾਸਕਾਰ ਦੱਸਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ 5 ਤੋਂ 7 ਵਿਆਹ ਹੋਏ ਨੇ। 5 ਤੋਂ 7 ਵਿਆਹ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਦੇ, ਕਿਉਂਕਿ ਮਹਾਰਾਜਾ ਸੀ। ਤੇ ਚੰਦ ਕੌਰ ਦੇ 2 ਲੜਕੇ ਦੱਸਦੇ ਨੇ, ਕੰਵਰ ਕਸ਼ਮੀਰਾ ਸਿੰਘ, ਕੰਵਰ ਪਸ਼ੌਰਾ ਸਿੰਘ। ਇਹ ਦੋਨੋਂ ਜਾਣੇ ਆਏ ਨੇ ਬਾਬਾ ਵੀਰ ਸਿੰਘ ਜੀ ਦੇ ਪਾਸ। ਇਹਨਾਂ ਦੇ ਮਗਰ ਕੌਣ ਲੱਗਾ ਏ? ਧਿਆਨ ਸਿੰਘ ਡੋਗਰਾ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਰਾਜ ਭਾਗ ਨਾਸ ਕੀਤਾ। ਇਹਨਾਂ ਨੇ ਘੇਰਾ ਪਾ ਲਿਆ। 12 ਰੈਜੀਮੈਂਟ ਜਿਹੜੀਆਂ ਸਨ, 12 ਰੈਜੀਮੈਂਟ
100 ਤੋਪ ਜਿਹੜੀ ਹੈ ਉਹ ਗੁਰਦੁਆਰੇ ਸਾਹਿਬ ਦੇ ਦਿਵਾਲੇ ਦਿਵਾਲੇ ਲਾ ਦਿੱਤੀ ਗਈ, ਜਿੱਥੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਰਹਿੰਦੇ ਸਨ। ਹੁਣ ਧਿਆਨ ਸਿੰਘ ਡੋਗਰੇ ਨੇ ਉੱਚੀ ਸਾਰੀ ਆਵਾਜ਼ ਵਿੱਚ ਆਵਾਜ਼ ਦਿੱਤੀ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ ਕਿ ਬਾਬਾ ਜੀ, ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਹੈ, ਪਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ 2 ਸੁਪੁੱਤਰ ਤੁਸੀਂ ਆਪਣੇ ਕੋਲ ਲੁਕਾ ਕੇ ਰੱਖੇ ਨੇ, ਇਹਨਾਂ ਨੂੰ ਸਹੀ ਸਲਾਮਤ ਸਾਡੇ ਹੱਥ ਕਰ ਦਿਓ। ਕਿ ਧਿਆਨ ਸਿੰਘ ਡੋਗਰਾ ਜਿਹੜਾ ਸੀ ਨਾ, ਇਹ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਜੱਦੀ ਪੁਰਸ਼ੀ ਜੋ ਵੀ ਸੀ ਨਾ, ਇਹਨਾਂ ਦੀ ਅੰਸ ਬੰਸ ਉਹ ਖਤਮ ਕਰਨੀ ਚਾਹੁੰਦਾ ਸੀ। ਧੰਨ ਬਾਬਾ ਵੀਰ ਸਿੰਘ ਜੀ ਕਹਿਣ ਲੱਗੇ ਧਿਆਨ ਸਿਆ, ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪੰਛੌਰਾ ਸਿੰਘ, ਇਹਨਾਂ ਨੂੰ ਮੈਂ ਨਹੀਂ ਦੇ ਸਕਦਾ। ਜੇ ਤੁਹਾਡੇ 'ਚ ਪਾਵਰ ਹੈਗੀ ਆ ਤੇ ਮੇਰੀ ਲਾਸ਼ ਤੋਂ ਉੱਪਰ ਦੀ ਲੰਘਣਾ ਪਵੇਗਾ। ਤਾਂ ਇੱਥੋਂ ਜੰਗ ਕਰਦੇ ਕਰਦੇ ਬਾਬਾ ਵੀਰ ਸਿੰਘ ਜੀ, ਕੰਵਰ ਪੰਛੌਰਾ ਸਿੰਘ ਜੀ ਹੋਰ ਆਦਿਕ ਸਿੱਖ ਜਿਹੜੇ ਨੇ ਗਏ ਨੇ ਪਿੰਡ ਸਭਰਾ, ਉੱਥੇ ਪਹੁੰਚੇ। ਉੱਥੇ ਵੀ ਇਹਨਾਂ ਨੇ ਘੇਰਾ ਪਾ ਲਿਆ। ਸਾਰੇ ਸਿੰਘ ਸਲਾਹ ਕਰਨ ਲੱਗੇ ਬਾਬਾ ਜੀ ਆਪਾਂ ਛੱਡ ਦਈਏ ਇਹਨਾਂ ਨੂੰ, ਉਹਨਾਂ ਦੇ ਹਵਾਲੇ ਕਰ ਦਈਏ। ਕਹਿਣ ਲੱਗੇ ਨਹੀਂ, ਮੈਂ ਉਸ ਰਾਜੇ ਦਾ ਨਮਕ ਖਾਧਾ, ਮੈਂ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਛਕਿਆ, ਮੈਂ ਗੁਰੂ ਵਾਲਾ ਵਾਂ, ਮੈਂ ਇਹਨਾਂ ਨਾਲ ਬਚਨ ਕੀਤਾ ਵੀ ਇਹਨਾਂ ਨੂੰ ਉਹਨਾਂ ਦੇ ਹਵਾਲੇ ਨਹੀਂ ਕਰਾਂਗਾ। ਧੰਨ ਬਾਬਾ ਵੀਰ ਸਿੰਘ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਨੇ ਤੇ ਗੁਰਮੁਖੋ ਪਿਆਰਿਓ, ਗੁਰੂ ਕੇ ਸਿੱਖ ਚੌਰ ਕਰ ਰਹੇ ਨੇ ਸਤਿਗੁਰੂ ਜੀ ਨੇ, ਤੇ ਬਾਬਾ ਜੀ ਅਡੋਲਤਾ ਵਿੱਚ ਬੈਠੇ ਬਾਣੀ ਪੜ੍ਹ ਰਹੇ ਨੇ ਤੇ ਗੋਲੀਆਂ ਦੀ ਬਾਛੜ ਸ਼ੁਰੂ ਹੋਈ। ਧੰਨ ਬਾਬਾ ਵੀਰ ਸਿੰਘ ਜੀ ਬਾਣੀ ਪੜ੍ਹੀ ਜਾਂਦੇ ਨੇ। ਜਿਹੜਾ ਚੌਰ ਸਾਹਿਬ ਚੌਰ ਕਰਦੇ ਆ ਨਾ, ਸਿੰਘ ਚੌਰ ਬਰਦਾਰ, ਇਤਿਹਾਸਕਾਰ ਲਿਖਦੇ ਨੇ ਕਿ ਵਾਰੀ ਵਾਰੀ ਗੋਲੀ ਆਉਂਦੀ ਹੈ ਤੇ ਚੌਰ ਬਰਦਾਰ ਜਿਹੜਾ ਚੌਰ ਖੜ ਕੇ ਕਰਦਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ 'ਚ ਪਿੱਛੇ ਖੜ ਕੇ ਚੌਰ ਸਾਹਿਬ ਦੀ ਸੇਵਾ ਕਰਦਾ ਹੈ ਤੇ ਬਾਬਾ ਵੀਰ ਸਿੰਘ ਜੀ ਸੱਜੇ ਹੋਏ ਨੇ, ਬੈਠੇ ਹੋਏ ਨੇ। 7 ਸਿੰਘ ਸ਼ਹੀਦ ਹੋ ਗਏ ਚੌਰ ਬਰਦਾਰ। ਇੱਕ ਚੌਰ ਸਾਹਿਬ ਕਰਦਾ ਸਿੰਘ, ਗੋਲੀ ਵੱਜ ਜਾਂਦੀ ਹੈ, ਸਿੰਘ ਥੱਲੇ ਡਿੱਗ ਪੈਂਦਾ, ਦੂਜਾ ਸਿੰਘ ਚੌਰ ਸਾਹਿਬ ਫੜ ਲੈਂਦਾ। ਸੂਰਮਗਤੀ ਹੈ ਨਾ, ਰਣ ਤੱਤੇ ਵਿੱਚ ਬੈਠ ਕੇ ਮੈਦਾਨ ਵਿੱਚ ਭੱਜਣਾ ਨਹੀਂ ਸੂਰਮਿਆਂ ਦਾ ਕੰਮ, ਜੰਗ ਵਿੱਚ ਜੂਝ ਕੇ ਮਰਨ ਦਾ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ। ਰਣ ਤਿਆਗ ਭਾਗੇ, ਜਿਹੜਾ ਰਣ ਤਿਆਗ ਭਾਗੇ, ਜਬੇ ਬਾਣ ਲਾਗਿਓ ਤਬੇ ਰੁੱਸ ਜਾਗਿਓ, ਇਹ ਦੋਹਰੇ ਵਿੱਚ ਸ਼ਬਦ ਆਉਂਦਾ ਹੈ। ਰਣ ਤਿਆਗ ਭਾਗੇ, ਜਿਹੜਾ ਰਣ ਨੂੰ ਛੱਡ ਕੇ ਤਿਆਗ ਕੇ ਭੱਜ ਜਾਂਦਾ ਵਾ, ਉਹ ਸੂਰਮਾ ਨਹੀਂ ਹੈ। ਹੁਣ 7 ਸਿੰਘ ਸੂਰਮੇ ਜਿਹੜੇ ਨੇ ਇਹ ਸ਼ਹੀਦ ਹੋ ਗਏ ਨੇ ਤੇ ਹੁਣ ਗੋਲੀਆਂ ਦੀ ਬਾਛੜ ਘਟ ਗਈ ਹੈ ਤੇ ਬਾਹਰੋਂ ਹੁਣ ਤੋਪਾਂ ਦੀ ਬਾਛੜ ਸ਼ੁਰੂ ਹੋਈ ਹੈ। ਤੇ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਅਡੋਲਤਾ ਵਿੱਚ ਬੈਠੇ ਨੇ। ਬਾਬਾ ਵੀਰ ਸਿੰਘ ਜੀ ਦੇ ਖੱਬੇ ਪੱਟ ਦੇ ਆ ਕੇ ਤੋਪ ਦਾ ਗੋਲਾ ਵੱਜਾ, ਤੋਪ ਦਾ ਗੋਲਾ ਗੁਰਮੁਖੋ ਪਿਆਰਿਓ, ਤੇ ਬਾਬਾ ਵੀਰ ਸਿੰਘ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਚੋਂ ਥੱਲੇ ਡਿੱਗ ਪਏ। ਤੇ ਆਖਰੀ ਬਚਨ ਵੀਰ ਮਗਰੇਸ਼ ਦੇ ਗ੍ਰੰਥ ਦੇ ਬਚਨ ਨੇ, ਕਹਿੰਦੇ ਆਖਰੀ ਬਚਨ ਮਹਾਂਪੁਰਸ਼ਾਂ ਨੇ ਕੀਤਾ, ਜਿਹਦੇ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠਿਆਂ ਵੀ ਗੋਲੀਆਂ ਵੱਜਣ, ਇਹ ਧਰਮ ਜ਼ਿਆਦਾ ਚਿਰ ਨਹੀਂ ਚੱਲਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਂਦੇ ਇਹ ਧਰਮ ਜ਼ਿਆਦਾ ਚਿਰ ਨਹੀਂ ਚੱਲਦਾ ਜਿਸ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਿਆਂ ਦੇ ਗੋਲੀਆਂ ਵੱਜਣ, ਤੋਪਾਂ ਦੇ ਗੋਲੇ ਵੱਜਣ। ਤੇ ਗੁਰਮੁਖੋ ਪਿਆਰਿਓ, ਇਤਿਹਾਸਕਾਰ ਦੱਸਦੇ ਨੇ ਕਿ ਸਿਰਫ 1 ਸਾਲ ਦੇ ਵਿੱਚ ਸਾਰਾ ਰਾਜ ਨਸ਼ਟ ਹੋ ਗਿਆ ਤੇ ਗੋਰਿਆਂ ਨੇ ਕਬਜ਼ਾ ਕਰ ਲਿਆ। ਐਸੇ ਮਹਾਨ ਸੂਰਬੀਰ ਯੋਧੇ ਬਹਾਦਰ ਬਾਬਾ ਵੀਰ ਸਿੰਘ ਸਾਹਿਬ ਜੀ। ਬਾਬਾ ਵੀਰ ਸਿੰਘ ਜੀ ਦੇ ਇੱਕ ਸੇਵਾਦਾਰ ਹੋਏ ਨੇ ਭਾਈ ਜਸਵੰਤ ਸਿੰਘ ਜੀ। ਭਾਈ ਜਸਵੰਤ ਸਿੰਘ ਜੀ ਕਰਨਾਲ ਦੇ ਰਹਿਣ ਵਾਲੇ, ਉਹ ਪੁਲਿਸ ਦੇ ਵਿੱਚ ਥਾਣੇਦਾਰ ਸਨ। ਤੇ ਇੱਕ ਦਿਨ ਮਿਲਾਪ ਹੋ ਗਿਆ ਮਹਾਂਪੁਰਸ਼ਾਂ ਦੇ ਨਾਲ, ਬਾਬਾ ਵੀਰ ਸਿੰਘ ਜੀ ਦੇ ਨਾਲ। ਜਦੋਂ ਇਹਨਾਂ ਦਾ ਚਿਹਰਾ ਤੱਕਿਆ
ਇਹਨਾਂ ਦਾ ਨਿਤਨੇਮ ਵੇਖਿਆ, ਅੰਮ੍ਰਿਤ ਵੇਲਾ ਵੇਖਿਆ ਤੇ ਕਹਿਣ ਲੱਗੇ ਸਰਕਾਰੀ ਨੌਕਰੀ ਨਹੀਂ ਕਰਨੀ, ਐਸ ਸਰਕਾਰ ਦੀ ਨੌਕਰੀ ਕਰਨੀ ਜਿਹਨੇ ਦਰਗਾਹ ਦੇ ਦਰਵਾਜ਼ੇ ਖੋਲ ਦੇਣੇ। ਸਰਕਾਰੀ ਨੌਕਰੀ ਤੇ ਮੈਂ ਪੈਸਿਆਂ ਵਾਸਤੇ ਕਰਦਾ ਸੀ, ਪਰਿਵਾਰ ਪਾਲਣ ਵਾਸਤੇ ਕਰਦਾ ਸੀ, ਇਹਦੇ ਨਾਲ ਤਾਂ ਮੇਰਾ ਜਨਮ ਮਰਨ ਹੀ ਕੱਟ ਜਾਣਾ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਏ ਨਾ, ਹਰ ਸਿਉ ਲੈਣ ਮਿਲਾਏ। ਜਿਹੜੇ ਹਰੀ ਦੇ ਨਾਲ ਮਿਲਾਪ ਕਰਾ ਦਿੰਦੇ ਨੇ, ਇੱਕ ਮਿਕ ਹੋ ਜਾਂਦੇ ਨੇ, ਆਂਦੇ ਉਹਨਾਂ ਦਾ ਨਾਮ ਜਪਣਾ ਚਾਹੀਦਾ। ਬੰਦਗੀ ਇੰਨੀ ਜ਼ਿਆਦੀ ਕਰਨੀ ਸ਼ੁਰੂ ਕੀਤੀ ਬਾਬਾ ਜਸਵੰਤ ਸਿੰਘ ਜੀ ਨੇ, ਸਿਮਰਨ ਕੀਤਾ। ਇੱਕ ਦਿਨ ਮਹਾਂਪੁਰਸ਼ ਧੰਨ ਧੰਨ ਬਾਬਾ ਵੀਰ ਸਿੰਘ ਸਾਹਿਬ ਜੀ ਖੂਹੀ ਤੇ ਖੜੇ ਨੇ ਤੇ ਗੜਵਾ ਹੱਥ 'ਚ ਪੜਿਆ। ਜਿੰਨੇ ਵੀ ਸਿੱਖ ਨਾਲ ਰਹਿੰਦੇ ਨੇ ਨਾ ਮਹਾਂਪੁਰਸ਼ਾਂ ਦੇ, ਸਾਰਿਆਂ ਦਾ ਇਸ਼ਨਾਨ ਕਰਵਾ ਰਹੇ ਨੇ ਆਪਣੇ ਹੱਥੀਂ। ਅੱਜ ਕੱਲ ਦੇ ਕਿਸੇ ਸਾਧ ਨੂੰ ਕਹੋ ਕਿ ਪਾਣੀ ਪਿਆ ਦੇ, ਪਾਣੀ ਨਹੀਂ ਪਿਆਉਂਦਾ। ਜਿਹੜੇ ਪੁਰਾਤਨ ਮਹਾਂਪੁਰਸ਼ ਸਨ ਨਾ, ਪੁਰਾਤਨ ਮਹਾਂਪੁਰਸ਼, ਉਹ ਆਪਣੇ ਹੱਥਾਂ ਦੇ ਨਾਲ ਆਪਣੇ ਸਿੰਘਾਂ ਦੇ, ਸੇਵਾਦਾਰਾਂ ਦੇ ਇਸ਼ਨਾਨ ਕਰਾਉਂਦੇ, ਪ੍ਰਸ਼ਾਦਾ ਵਰਤਾਉਂਦੇ, ਲੰਗਰ ਬਣਾਉਂਦੇ, ਸਾਰੀ ਸੇਵਾ ਆਪਣੇ ਹੱਥੀਂ ਕਰਦੇ। ਉਹਨਾਂ ਦਾ ਜਪ ਤਪ ਵੀ ਉਹ ਬ੍ਰਹਮ ਦੀ ਅਵਸਥਾ ਨੂੰ ਪ੍ਰਾਪਤ ਕਰ ਜਾਂਦੇ ਸਨ। ਹੁਣ ਮਹਾਂਪੁਰਸ਼ ਇਸ਼ਨਾਨ ਕਰਵਾ ਰਹੇ ਨੇ, ਧੰਨ ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਸਾਰੇ ਸਿੰਘਾਂ ਦਾ। ਤੇ ਗੁਰਮੁਖ ਪਿਆਰੇ, ਹੁਣ ਵਾਰੀ ਆ ਗਈ ਭਾਈ ਜਸਵੰਤ ਸਿੰਘ ਜੀ ਦੀ। ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ, ਕਿਰਪਾਨ ਵੀ ਪਾਈ ਸੀ, ਕਸ਼ਹਿਰਾ ਵੀ, ਕੰਘਾ ਵੀ ਲਾਇਆ ਸੀ। ਪਰ ਜਦੋਂ ਇਸ਼ਨਾਨ ਦਾ ਸਮਾਂ ਆਇਆ ਨਾ ਤਾਂ ਕਿਰਪਾਨ ਤੇ ਨਾ ਕੰਘਾ। ਤੇ ਮਹਾਂਪੁਰਸ਼ ਕਹਿੰਦੇ ਵੀ ਤੂੰ, ਤੇਰਾ ਸ਼ਸਤਰ ਕਿੱਥੇ ਨੇ? ਤੂੰ ਤਿਆਰ ਨਹੀਂ ਹੈਗਾ। ਤੂੰ ਆਂਦੇ ਕੀ ਖੁਦਾ ਬਣ ਕੇ ਬਹਿ ਗਿਆ ਵਾ? ਮਹਾਂਪੁਰਸ਼ ਕਹਿੰਦੇ ਬਾਬਾ ਵੀਰ ਸਿੰਘ ਜੀ ਭਾਈ ਜਸਵੰਤ ਸਿੰਘ ਜੀ ਨੂੰ ਕਹਿੰਦੇ ਤੂੰ ਖੁਦਾ ਹੀ ਬਣ ਕੇ ਬਹਿ ਗਿਆ। ਉਹ ਅੱਗੋਂ ਕਹਿੰਦਾ ਭਾਈ ਜਸਵੰਤ ਸਿੰਘ ਆਂਦੇ ਜੇ ਤੁਸੀਂ ਹੁਣ ਖੁਦਾ ਕਹਿ ਹੀ ਦਿੱਤਾ ਤੇ ਹੁਣ ਖੁਦਾ ਹੀ ਬਣਾ ਦਿਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਹੁਣ ਖੁਦਾ ਬਣਾ ਹੀ ਦਿਓ। ਕਿਸੇ ਅਫਸਰ ਨੇ ਕੋਈ ਗੱਲ ਕੀਤੀ ਹੋਵੇ ਆਪਾਂ ਨੂੰ, ਅਫਸਰ ਦੇ ਮੂਹਰੇ ਬੋਲਿਆ ਨਹੀਂ ਜਾਂਦਾ, ਨਹੀਂ ਨਾ ਬੋਲਿਆ ਜਾਂਦਾ, ਗੱਲ ਹੀ ਨਹੀਂ ਆਉਂਦੀ ਵੀ ਕੀ ਬੋਲਣਾ। ਤੇ ਕਿਸੇ ਕਰਨੀ ਵਾਲੇ ਸਾਧੂ ਦੇ ਸਾਹਮਣੇ ਅੱਖ ਨਹੀਂ ਪਾ ਕੇ ਵੇਖ ਸਕਦੇ, ਵਚਨ ਦਾ ਗੱਲ ਦੂਰ ਦੀ ਆ। ਤੇ ਕਹਿਣ ਲੱਗੇ ਜੇ ਹੁਣ ਤੁਸੀਂ ਖੁਦਾ ਕਹਿ ਦਿੱਤਾ ਤੇ ਖੁਦਾ ਬਣਾ ਹੀ ਦਿਓ। ਇੰਨੀ ਜ਼ਿਆਦੀ ਬੰਦਗੀ ਕੀਤੀ ਤੇ ਉਹਨਾਂ ਮਹਾਂਪੁਰਸ਼ਾਂ ਦੇ ਪਾਸੋਂ ਆਗਿਆ ਲੈ ਕੇ ਤੇ ਥੋੜੀ ਦੂਰ ਜਾ ਕੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਮਹਾਂਪੁਰਸ਼ਾਂ ਦਾ ਅੰਤਮ ਸਮਾਂ ਜਾਣਿਆ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਵੀ ਅਸੀਂ ਦਸਤਾਰਬੰਦੀ ਇਹਨੂੰ ਕਰ ਦਿੰਦੇ ਆ, ਇਹਨੇ ਬੰਦਗੀ ਕੀਤੀ ਹੈ, ਸਿਮਰਨ ਕੀਤਾ ਹੈ, ਅੱਗੋਂ ਸਾਡਾ ਕੰਮਕਾਰ ਜਿਹੜਾ ਹੈ ਨਾ ਸੇਵਾ ਸੰਭਾਲ ਲਵੇਗਾ। ਤੇ ਮਹਾਂਪੁਰਸ਼ਾਂ ਨੇ ਇੱਕ ਸਿੱਖ ਨੂੰ ਭੇਜਿਆ ਕਿ ਜਾਓ ਖੁਦਾ ਸਿੰਘ ਨੂੰ ਬੁਲਾ ਕੇ ਲਿਆਓ। ਉਹਦਾ ਨਾਂ ਹੁਣ ਖੁਦਾ ਸਿੰਘ ਬਣ ਗਿਆ। ਭਾਈ ਜਸਵੰਤ ਸਿੰਘ ਨਾਂ ਸੀ, ਉਹ ਸਾਰੇ ਉਹਨੂੰ ਕਹਿਣ ਲੱਗੇ ਖੁਦਾ ਸਿੰਘ, ਬਾਬਾ ਖੁਦਾ ਸਿੰਘ ਜੀ। ਗੁਰਮੁਖੋ ਪਿਆਰਿਓ, ਬੁਲਾਉਣ ਗਿਆ ਸਿੰਘ ਤੇ ਉਹ ਨਾ ਆਏ, ਫਿਰ ਬੁਲਾਉਣ ਗਏ ਨਾ ਆਏ, ਤੇ ਤੀਜੀ ਵਾਰੀ ਗੁਰਮੁਖੋ ਪਿਆਰਿਓ ਬਾਬਾ ਵੀਰ ਸਿੰਘ ਜੀ ਕਹਿੰਦੇ ਕੜਾਹ ਪ੍ਰਸ਼ਾਦੀ ਦੇ ਕਰੋ। ਵੇਖੋ ਜੁਗਤੀਆਂ ਮਹਾਂਪੁਰਸ਼ਾਂ ਦੀਆਂ। ਕੜਾਹ ਪ੍ਰਸ਼ਾਦੀ ਦੇਗ ਕੀਤੀ ਤੇ ਅਰਦਾਸ ਬੇਨਤੀ ਕੀਤੀ। ਖਿੱਚ ਐਸੀ ਪਈ, ਜੰਗਲ ਪਾਣੀ ਗਏ ਸੀ ਬਾਹਰ ਖੇਤਾਂ ਦੇ ਵਿੱਚ, ਗੜਵਾ ਹੱਥ 'ਚ ਬਾਬਾ ਖੁਦਾ ਸਿੰਘ ਜੀ ਦੇ, ਉੱਥੋਂ ਹੀ ਸਿੱਧੇ ਮਹਾਂਪੁਰਸ਼ਾਂ ਦੇ ਪਾਸ ਆ ਗਏ। ਇੰਨੀ ਖਿੱਚ ਪਈ, ਪਹਿਲਾਂ ਬੁਲਾਉਂਦੇ ਰਹੇ ਤੇ ਆਏ ਨਾ। ਜਦੋਂ ਅਰਦਾਸ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ 'ਚ ਤੇ ਗੁਰਮੁਖ ਪਿਆਰਿਓ ਖੇਤਾਂ ਵਿੱਚ ਸਿੱਧੇ ਧੰਨ ਧੰਨ ਬਾਬਾ ਵੀਰ ਸਿੰਘ ਜੀ ਦੇ ਪਾਸ ਆਏ। ਨਮਸਕਾਰ ਕੀਤੀ, ਜਲ ਪਾਣੀ ਵਰਤ ਕੇ, ਸੋਚ ਕਿਰਿਆ ਕਰਕੇ, ਤੇ ਕਹਿਣ ਲੱਗੇ ਕਿਵੇਂ ਖੁਦਾ, ਤੂੰ ਖੁਦਾ ਹੀ ਬਣ ਗਿਆ? ਕਿੰਨਾ ਕੁ ਖੁਦਾ ਬਣ ਗਿਆ? ਕਹਿੰਦਾ ਜੋ ਮਰਜ਼ੀ ਕਹਿ ਲਓ, ਪਰ ਜਿਹੜੀ ਤੁਸੀਂ ਵਸਤੂ ਮੇਰੀ ਝੋਲੀ 'ਚ ਪਾਉਣੀ ਚਾਹੁੰਦੇ ਜੋ, ਉਹ ਮੈਂ ਨਹੀਂ ਲੈ ਸਕਦਾ, ਉਹ ਮੈਂ ਨਹੀਂ ਵਰਤ ਸਕਦਾ, ਮੈਂ ਉਹ ਕਾਮਯਾਬ ਨਹੀਂ ਹੋ ਸਕਦਾ। ਕਹਿੰਦੇ ਕਿਹੜੀ? ਕਹਿੰਦੇ ਮੈਨੂੰ ਪਤਾ ਲੱਗ ਗਿਆ ਤੁਹਾਡਾ ਸਮਾਂ ਆ ਗਿਆ ਵਾ, ਤੁਸੀਂ ਦਸਤਾਰਬੰਦੀ ਮੈਨੂੰ ਕਰਨੀ ਚਾਹੁੰਦੇ ਜੋ। ਆਂਦੇ ਕਿਵੇਂ ਪਤਾ ਲੱਗਾ? ਆਂਦਾ ਜਦੋਂ ਤੁਸੀਂ ਪਹਿਲਾਂ ਸੁਨੇਹਾ ਭੇਜਿਆ ਸੀ ਨਾ
ਉਦੋਂ ਹੀ ਮੈਨੂੰ ਪਤਾ ਲੱਗ ਗਿਆ ਸੀ ਵੀ ਇਸ ਕਰਕੇ ਬੁਲਾ ਰਹੇ ਨੇ, ਮੇਰੇ 'ਚ ਸਮਰੱਥਾ ਨਹੀਂ ਹੈਗੀ। ਤੇ ਗੁਰਮੁਖ ਪਿਆਰਿਓ, ਸੰਤ ਬਾਬਾ ਧੰਨ ਧੰਨ ਬਾਬਾ ਵੀਰ ਸਿੰਘ ਜੀ ਨੇ, ਅੰਮ੍ਰਿਤਸਰ ਦੇ ਮਹਾਂਪੁਰਸ਼ ਨੇ, ਉਹਨਾਂ ਨੂੰ ਹੁਕਮ ਕੀਤਾ, ਸੰਤ ਮਹਾਰਾਜ ਸਿੰਘ ਜੀ, ਉਹਨਾਂ ਨੂੰ ਹੁਕਮ ਕੀਤਾ ਕਿ ਲਿਆਓ ਬੁਲਾ ਕੇ। ਫਿਰ ਉਹਨਾਂ ਨੂੰ ਦਸਤਾਰਬੰਦੀ ਕੀਤੀ। ਜਦੋਂ ਮਹਾਂਪੁਰਸ਼ਾਂ ਨੇ ਸੱਚਖੰਡ ਜਾਣਾ ਸੀ, ਸੱਚਖੰਡ ਜਾਣ ਤੋਂ, ਫੱਟੜ ਹੋਣ ਤੋਂ, ਜੰਗ ਹੋਣ ਤੋਂ ਪਹਿਲਾਂ ਦੇ ਵਚਨ ਨੇ ਇਹ ਸਾਰੇ। ਤੇ ਬਾਬਾ ਖੁਦਾ ਸਿੰਘ ਜੀ ਉਹ ਖੁਦਾ ਦਾ ਰੂਪ ਬਣ ਗਏ। ਕਾਬਲ ਕੰਧਾਰ ਨੂੰ ਗਏ ਨੇ ਤੇ ਰਾਤ ਇੱਕ ਮਸਜਿਦ ਵਿੱਚ ਠਹਿਰ ਗਏ ਕਿ ਖੁਦਾ ਦਾ ਘਰ ਮੰਨਿਆ ਨਾ, ਵੀ ਖੁਦਾ ਦਾ ਘਰ ਹੈ, ਕੋਈ ਵੀ ਆ ਕੇ ਠਹਿਰ ਸਕਦਾ। ਉਹ ਮਸਜਿਦ ਵਿੱਚ ਬੈਠੇ ਸਨ ਤੇ ਮੁਸਲਮਾਨਾਂ ਨੇ ਕਿਹਾ ਵੀ ਇਹ ਕਾਫਰ ਆ ਗਏ ਨੇ। ਸਿੱਖ ਤੇ ਕਾਫਰ ਹੁੰਦੇ ਨੇ, ਮੁਸਲਮਾਨ ਹੀ ਖੁਦਾ ਦੇ ਬੰਦੇ ਹੁੰਦੇ ਨੇ, ਸਿੱਖ ਤੇ ਕਾਫਰ ਹੁੰਦੇ ਨੇ। ਉਹਨਾਂ ਨੇ ਧੱਕੇ ਮਾਰ ਕੇ ਬਾਬਾ ਜੀ ਨੂੰ ਬਾਹਰ ਕੱਢ ਦਿੱਤਾ। ਜਦੋਂ ਬਾਹਰ ਕੱਢਿਆ ਨਾ ਤੇ ਬਾਬਾ ਜੀ ਕਹਿੰਦੇ ਕਿਉਂ ਬਾਹਰ ਕੱਢਦੇ ਜੋ ਸਾਨੂੰ? ਕਹਿੰਦੇ ਤੁਸੀਂ ਕਾਫਰ ਜੋ, ਤੁਸੀਂ ਰੱਬ ਦੇ ਬੰਦੇ ਨਹੀਂ, ਤੁਸੀਂ ਖੁਦਾ ਦੇ ਬੰਦੇ ਨਹੀਂ। ਆਂਦੇ ਅਸੀਂ ਤੇ ਖੁਦਾ ਦਾ ਘਰ ਜਾਣ ਕੇ ਰਾਤ ਰਹੇ ਸੀ। 2 ਵਾਰੀ ਵਚਨ ਕੀਤਾ, ਉਹ ਮੁਸਲਮਾਨ ਨਾ ਮੰਨੇ। ਤੀਜੀ ਵਾਰੀ ਜਦੋਂ ਬਾਬਾ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਤੇ ਬਾਬਾ ਜੀ ਤੁਰੇ ਜਾਂਦੇ ਨੇ। ਗੁਰਮੁਖ ਵੇਖਿਓ, ਇੱਕ ਅਸਚਰਜ ਰੂਪ, ਸ਼ਕਤੀ, ਸਤਿਗੁਰੂ ਜੀ ਦੀ ਬਾਣੀ ਦੀ, ਸਿਮਰਨ ਦੀ। ਉਹ ਮਸਜਿਦ ਜਿਹੜੀ ਹੈ ਬਾਬਾ ਜੀ ਦੇ ਮਗਰ ਮਗਰ ਤੁਰੀ ਜਾਂਦੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਵੀ ਸਤਿ ਸ੍ਰੀ ਅਕਾਲ। ਉਹ ਬਾਬਾ ਖੁਦਾ ਸਿੰਘ ਜੀ ਦੇ ਮਗਰ ਮਗਰ ਮਸਜਿਦ ਤੁਰੀ ਜਾਂਦੀ ਹੈ। ਤੇ ਜਿਹੜੇ ਉੱਥੋਂ ਦੇ ਮੁਸਲਮਾਨ ਮੌਲਾਣੇ ਸਨ ਭੱਜ ਕੇ ਮਗਰ ਗਏ, ਕਹਿਣ ਲੱਗੇ ਸਾਡੇ ਕੋਲ ਤਾਂ ਕੁਝ ਵੀ ਨਹੀਂ ਰਹਿ ਗਿਆ, ਇਹ ਕੀ ਭਾਣਾ ਵਾਪਰਿਆ? ਕਿਤੇ ਖੁਦਾ ਦਾ ਬੰਦਾ ਤੇ ਨਹੀਂ ਬਣਾਇਆ, ਖੁਦਾ ਕਿਤੇ ਰੂਪ ਵਟਾ ਕੇ ਤੇ ਨਹੀਂ ਸਾਡੇ ਕੋਲ ਆ ਗਿਆ, ਸਾਡੀ ਪ੍ਰੀਖਿਆ ਕਰਨ ਵਾਸਤੇ ਨਹੀਂ ਆ ਗਿਆ। ਜਦੋਂ ਅੱਗੋਂ ਲੈਣ ਗਏ, ਆਂਦੇ ਕੀ ਹੋਇਆ? ਆਂਦੇ ਮਗਰ ਵੇਖੋ ਤੁਹਾਡੇ ਮਗਰ ਮਸਜਿਦ ਤੁਰੀ ਆਉਂਦੀ ਹੈ, ਖਿਮਾ ਚਾਹੁੰਦੇ ਆ, ਮਾਫ ਕਰ ਦਿਓ, ਚਲੋ। ਫਿਰ ਮਹਾਂਪੁਰਸ਼ਾਂ ਨੂੰ ਲੈ ਗਏ ਅਸਥਾਨ ਤੇ, ਕਬਰ ਜਿੱਥੇ ਸੀ ਨਾ ਮਸਜਿਦ, ਉੱਥੇ ਦੀ ਉੱਥੇ ਰੁਕ ਗਈ। ਮਸਜਿਦ ਉੱਥੇ ਦੀ ਉੱਥੇ ਰੁਕ ਗਈ। ਮੁਸਲਮਾਨ ਫਿਰ ਬਾਜ ਨਾ ਆਏ। ਰਾਤ ਨੂੰ ਸੂਰ ਦਾ ਮੀਟ ਬਣਾ ਕੇ ਨਾ, ਸੌਰੀ ਵਾਹਿਗੁਰੂ, ਸੂਰ ਦਾ ਨਹੀਂ, ਗਾਵਾਂ ਦਾ ਮੀਟ ਰਿੰਨ ਕੇ ਬਾਬਾ ਜੀ ਨੂੰ ਛਕਾ ਦਿੱਤਾ। ਤੇ ਜਦੋਂ ਛਕਾਉਣ ਲੱਗੇ ਕਹਿੰਦੇ ਇਹ ਮੀਟ ਆ, ਖਾਵੋਗੇ? ਤੇ ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ ਖੁਦਾ ਦੇ ਘਰ ਵਿੱਚ ਜੋ ਵੀ ਮਿਲ ਜੇ ਖਾ ਲਈਦਾ ਵਾ, ਤੇ ਜੇ ਤੁਸੀਂ ਖਵਾਉਣਾ ਚਾਹੁੰਦੇ ਜੇ ਮੈਂ ਖਾ ਲੈਣਾ। ਸੰਗਤ ਜੀ, ਗਾਵਾਂ ਦਾ ਮੀਟ ਬਾਟੇ 'ਚ ਪਾ ਕੇ ਦਿੱਤਾ, ਛਕ ਲਿਆ। ਛਕ ਲਿਆ ਤੇ ਜਦੋਂ ਹੱਥ ਧੋਣੇ ਸਨ, ਆਂਦੇ ਸੀ ਮਰਜ਼ਾਦਾ ਪੂਰੀ ਕਰਨੀ ਹੈ ਵੀ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾਇਆ। ਤੇ ਮਹਾਂਪੁਰਸ਼ ਪਤਾ ਕੀ ਕਰਨ ਲੱਗੇ? ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਬਾਬਾ ਖੁਦਾ ਸਿੰਘ ਦੀ ਇੱਕ ਸਾਖੀ ਹੁੰਦੀ ਹੈ, ਕਿਤਾਬ ਆਉਂਦੀ, ਉੱਥੋਂ ਪੜ੍ਹ ਲਓ ਜਾ ਕੇ। ਭਾਈ ਚਤਰ ਸਿੰਘ ਜੀ, ਜੀਵਨ ਸਿੰਘ ਜੀ ਦੇ ਪਾਸੋਂ ਮਿਲ ਜਾਂਦੀ, ਉੱਥੋਂ ਪੜ੍ਹ ਲਿਓ, ਸਾਰਾ ਕੁਝ ਤੇ ਲਿਖਿਆ। ਉਹ ਕਹਿੰਦੇ ਅਸੀਂ ਹੱਥ ਧੋਣੇ ਆ। ਮਹਾਂਪੁਰਸ਼ ਕਹਿਣ ਲੱਗੇ ਅਸੀਂ ਤੁਹਾਡੇ ਕੋਲ ਹੱਥ ਧੋਣੇ ਨਹੀਂ ਆ। ਕਹਿੰਦੇ ਕਿਵੇਂ ਧੋਵੋਗੇ? ਕਹਿੰਦੇ ਅਸੀਂ ਆਪਣੇ ਸ਼ਰਲੇ ਦੇ ਨਾਲ, ਆਪਣੇ ਪਿਸ਼ਾਬ ਦੇ ਨਾਲ ਹੱਥ ਧੋਣੇ ਆ। ਸਾਰੀ ਸੰਗਤ, ਉਹ ਸਾਰੇ ਹੈਰਾਨ ਹੋ ਗਏ ਵੀ ਇਹ ਕੈਸਾ ਸਾਧੂ ਹੈ, ਆਪਣੇ ਪਿਸ਼ਾਬ ਦੇ ਨਾਲ ਹੱਥ ਧੋਵੇਗਾ। ਖੜੇ ਹੋ ਕੇ ਆਪਣੇ ਹੱਥ ਪਿਸ਼ਾਬ ਨਾਲ ਧੋਣੇ ਸ਼ੁਰੂ ਕਰ। ਜਿਵੇਂ ਜਿਵੇਂ ਪਿਸ਼ਾਬ ਨਿਕਲਦਾ ਹੈ, ਤਿਵੇਂ ਤਿਵੇਂ ਗੁਰਮੁਖ ਪਿਆਰੇ ਸੂਰ ਬਣ ਕੇ ਨਾ, ਸੂਰ ਬਣ ਕੇ ਪਿਸ਼ਾਬ ਦੇ ਵਿੱਚੋਂ ਨਿਕਲਦੇ ਨੇ, ਭੱਜੇ ਜਾਂਦੇ ਨੇ ਸੂਰ। ਜਿੰਨਾ ਮਾਸ ਰਾਤੀ ਖਾਦਾ ਸੀ ਨਾ, ਸਾਰਾ ਸੂਰਾਂ ਦੇ ਵਿੱਚ ਦੀ ਕੱਢ ਦਿੱਤਾ। ਤੇ ਮਲਾਉਣਾ ਪੁੱਛਦਾ ਇਹ ਸਾਰੀ ਕਿਰਪਾ ਕਿਵੇਂ ਹੋਈ ਮੇਰੇ ਖੁਦਾ, ਕਿਵੇਂ ਕੀਤਾ ਸਾਰਾ ਕੁਝ? ਕਹਿੰਦਾ ਮੈਂ ਨਹੀਂ ਕੀਤਾ, ਇਹ ਮੇਰੇ ਮਾਲਕ ਧੰਨ ਧੰਨ ਬਾਬਾ ਵੀਰ ਸਿੰਘ ਜੀ ਦੀ ਬਖਸ਼ਿਸ਼ ਹੈ। ਧੰਨ ਧੰਨ ਬਾਬਾ ਵੀਰ ਸਿੰਘ ਜੀ ਦੀ ਬਖਸ਼ਿਸ਼ ਹੈ, ਉਹਨਾਂ ਨੇ ਮੇਰੇ ਤੇ ਕਿਰਪਾ। ਤੁਸੀਂ ਮੇਰੇ ਤੋਂ ਪ੍ਰੀਖਿਆ ਲੈਣੀ ਚਾਹੁੰਦੇ ਸੀ ਵੀ ਅਸੀਂ ਇਹਨੂੰ ਮੀਟ ਖਵਾਵਾਂਗੇ, ਇਹਨਾਂ ਦਾ ਧਰਮ ਭ੍ਰਿਸ਼ਟਿਆ ਜਾਵੇਗਾ। ਕਹਿਣ ਲੱਗੇ ਮੈਂ ਕਲਗੀਧਰ ਪਾਤਸ਼ਾਹ ਦਾ ਸਿੱਖ ਹਾਂ,
ਮੈਂ ਕਲਗੀਧਰ ਪਾਤਸ਼ਾਹ ਦਾ ਸਿੱਖ, ਮੈਂ ਤੁਹਾਨੂੰ ਵੀ ਨਹੀਂ ਸੀ ਮਨਾ ਕਰ ਸਕਦਾ, ਤੁਹਾਡੇ ਤੋਂ ਵੀ ਇਨਕਾਰ ਹੀ ਨਹੀਂ ਸੀ ਕਰ ਸਕਦਾ, ਕਿਉਂਕਿ ਮੈਂ ਖੁਦਾ ਦਾ ਘਰ ਕਹਿ ਦਿੱਤਾ ਸੀ ਵੀ ਇਹ ਖੁਦਾ ਦਾ ਘਰ ਹੈ। ਇੰਨੀਆਂ ਬਖਸ਼ਿਸ਼ਾਂ ਦੇ ਭੰਡਾਰੇ ਧੰਨ ਧੰਨ ਬਾਬਾ ਵੀਰ ਸਿੰਘ ਜੀ ਦੇ ਪਾਸ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਐਸੇ ਸਮੇਂ ਬਾਰ-ਬਾਰ ਨਹੀਂ ਮਿਲਦੇ ਜ਼ਿੰਦਗੀ ਵਿੱਚ ਗੁਰਮੁਖੋ ਪਿਆਰਿਓ। ਜਿੰਨਾ ਵੀ ਸਮਾਂ ਮਿਲਿਆ ਸਿਮਰਨ ਕਰੋ, ਬੰਦਗੀ ਕਰੋ, ਨਿਤਨੇਮ ਜ਼ਰੂਰ ਕਰੋ। ਬਚਨ ਬਹੁਤ ਜ਼ਿਆਦੇ ਨੇ, ਸਾਖੀਆਂ ਬਹੁਤ ਜ਼ਿਆਦੀਆਂ ਨੇ, ਗੁਰਬਾਣੀ ਸਮੁੰਦਰ ਹੈ। ਸਾਰੀ ਰਾਤ ਲੱਗੇ ਰਹੀਏ ਭਾਈ ਭੈਣੀ ਮਹਾਰਾਜ ਦੇ ਚਰਨਾਂ 'ਚ, ਇਹ ਸਮਾਪਤੀ ਨਹੀਂ ਹੋਣਾ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਜਿਵੇਂ ਬਾਬਾ ਖੁਦਾ ਸਿੰਘ ਜੀ ਦੀ ਪ੍ਰੀਖਿਆ ਕੀਤੀ ਸੀ ਨਾ, ਇਵੇਂ ਇੱਕ ਮੁਸਲਮਾਨ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਬਲਦੇ ਭੱਠ ਵਿੱਚ ਜਾ ਕੇ ਬੈਠੇ ਸਨ, ਬਹਿਣ ਤੋਂ ਪਹਿਲਾਂ ਉਹ ਜਿਹੜਾ ਦਾਣੇ ਭੁੰਨਣ ਵਾਲਾ ਭੜਪੂੰਜਾ ਨਾ, ਉਹ ਕਹਿੰਦਾ ਸੀ ਬਾਬਾ ਜੀ ਕਹਿੰਦੇ ਕੋਈ ਜਗ੍ਹਾ ਹੈਗੀ ਆ, ਪੁਲਿਸ ਦੀ ਵਾਰ ਪੈ ਗਈ ਹੈ, ਪੁਲਿਸ ਨੇ ਘੇਰਾ ਪਾ ਲਿਆ ਤੇ ਕਿਰਪਾ ਕਰੋ ਕੋਈ ਜਗ੍ਹਾ ਦੱਸੋ। ਉਹ ਕਹਿਣ ਲੱਗਾ ਮੇਰੇ ਪਾਸ ਤਾਂ ਇਹੋ ਹੀ ਹੈ, ਇੱਕ ਪੱਠੀ ਹੈ, ਤੇ ਮੈਨੂੰ ਪਤਾ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਜੋ, ਤੁਹਾਡਾ ਨਿਸ਼ਚਾ ਹੈ ਗੁਰੂ। ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ ਚੰਗਾ ਫਿਰ ਹੁਣ ਐਂ ਕਰ ਤੂੰ ਕੜਾਈ ਚੁੱਕ। ਉਹਨੇ ਕੜਾਈ ਚੁੱਕੀ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਛਾਲ ਮਾਰ ਕੇ ਦਸਾਲਿਆਂ ਦੇ ਸਮੇਤ ਉਹ ਬਲਦੇ ਭੱਠ 'ਚ ਬਹਿ ਗਏ। ਬਲਦੇ ਭੱਠ ਵਿੱਚ ਬੈਠ ਗਏ। ਹੁਣ ਅੱਗ ਵੀ ਪੂਰੀ ਮੱਚ ਰਹੀ ਹੈ, ਦਾਣੇ ਵੀ ਭੁੱਜ ਰਹੇ ਨੇ, ਪਰ ਮੇਰੇ ਸਾਹਿਬ ਨੇ ਐਸੀ ਕਿਰਪਾ ਕੀਤੀ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਏ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ, ਰਾਮ ਨਾਮ ਔਖ ਦੀਆ ਕਲ ਬੁਲਾਈ ਰਹਾਓ। ਰਾਖ ਲਿਏ ਤਨ ਰਖਨ ਹਾਰ ਸਾ ਬਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਉਹ ਪ੍ਰਮਾਤਮਾ ਸਹਾਈ ਹੋਇਆ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਭਾਈ ਕੀ ਡਰੋਲੀ ਵਿੱਚ ਬੈਠੇ ਨੇ। ਆਪਣੇ ਸਿੰਘਾਸਨ ਤੇ ਬੈਠੇ ਬੈਠੇ ਕਹਿਣ ਲੱਗੇ ਸਿੱਖਾਂ ਨੂੰ ਕਿ ਲਿਆਓ ਵੀ ਜਲ ਦੀਆਂ ਗਾਗਰਾਂ ਸਾਡੇ ਸਰੀਰ ਉੱਪਰ ਪਾਵੋ। ਸੰਗਤਾਂ ਲੈ ਲੈ ਕੇ ਜਲ ਦੀਆਂ ਗਾਗਰਾਂ ਮਹਾਰਾਜ ਦੇ ਸਰੀਰ ਤੇ ਪਾ ਰਹੀਆਂ ਨੇ। ਇਧਰ ਬਾਬਾ ਬਿਧੀ ਚੰਦ ਸਾਹਿਬ ਜੀ ਬਲਦੇ ਭੱਠ 'ਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਨਾਮ ਜਪ ਰਹੇ। ਸਮਾਂ ਬਤੀਤ ਹੋਇਆ। ਉਹ ਜਿਹੜਾ ਕਲਫੂ ਲੱਗਾ ਸੀ, ਜਿਵੇਂ ਅੱਜ ਲਾਕਡਾਊਨ ਲੱਗ ਜਾਂਦਾ ਨਾ ਰਾਤ ਨੂੰ, ਇਤਨਾ ਉਦੋਂ ਵੀ ਕਲਫੂ ਲੱਗ ਜਾਂਦਾ ਸੀਗਾ। ਉਹ ਕਲਫੂ ਲੱਗਿਆ ਪੁਲਿਸ ਦਾ, ਵਾਰ ਪਈ ਸੀ ਨਾ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਮਗਰੋਂ ਦਸਾਲੇ ਲੈ ਕੇ ਜੋ ਆਏ ਸੀ ਬਾਬਾ ਬਿਧੀ ਚੰਦ ਸਾਹਿਬ। ਗੁਰਮੁਖੋ ਪਿਆਰਿਓ, ਉਹ ਭੱਠੀ ਵਾਲੇ ਨੂੰ ਉਹਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇਸ਼ਾਰਾ ਕੀਤਾ ਕੜਾਈ ਨੂੰ, ਉਹਨੇ ਕੜਾਈ ਚੁੱਕੀ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਬਾਹਰ ਚੋਲਾ ਸਮੇਤ ਸਾਰਾ ਸਹੀ ਸਲਾਮਤ। ਉਹ ਭੜਪੂੰਜਾ ਕਹਿੰਦੇ ਤੇ ਸਹੀ ਸਲਾਮਤ ਹੈ। ਅੱਗ ਵੀ ਬਹੁਤ ਬਲਦੀ ਸੀ, ਇਹਨੂੰ ਤਾਂ ਸੇਕ ਕੋਈ ਨਹੀਂ ਲੱਗਾ, ਇਹਦਾ ਇੱਕ ਰੋਮ ਵੀ ਨਹੀਂ ਜਲਿਆ। ਬਾਹਰ ਆ ਗਏ। ਹੁਣ ਇੱਕ ਬਜ਼ੁਰਗ ਮਾਤਾ ਦਾ ਭੇਸ ਧਾਰਿਆ, ਬਜ਼ੁਰਗ ਮਾਤਾ ਦੇ ਕੱਪੜੇ ਪਾਏ, ਦਸਾਲੇ ਜਿਹੜੇ ਨੇ ਕਮਰ ਕੱਸੇ ਨਾਲ ਸਜਾ ਕੇ ਤੇ ਥੱਲਿਓਂ ਦੀ 3.5 ਫੁੱਟੀ ਤਲਵਾਰ ਪਾਈ ਸੀ ਬਾਬਾ ਬਿਧੀ ਚੰਦ ਸਾਹਿਬ ਜੀ ਨੇ। ਕਿਸੇ ਕੱਪੜੇ ਨੂੰ ਸੇਕ ਨਹੀਂ ਲੱਗਾ, ਕਿਸੇ ਸ਼ਸਤਰ ਨੂੰ ਸੇਕ ਨਹੀਂ ਲੱਗਾ, ਕਿਸੇ ਰੋਮ ਨੂੰ ਸੇਕ ਨਹੀਂ ਲੱਗਾ। ਗੁਰਮੁਖੋ ਪਿਆਰਿਓ, ਬਾਬਾ ਬਿਧੀ ਚੰਦ ਸਾਹਿਬ ਜੀ ਇੱਕ ਬਜ਼ੁਰਗ ਮਾਤਾ ਦਾ ਭੇਸ ਧਾਰ ਕੇ ਹੱਥ ਵਿੱਚ ਖੂੰਡੀ ਫੜ ਕੇ ਤੇ ਕਲਫੂ ਤੋਂ ਬਾਹਰ ਜਾਣਾ ਸ਼ੁਰੂ ਕੀਤਾ। ਸਿਪਾਹੀ ਆਏ, ਉੱਚੀ ਸਾਰੀ ਆਵਾਜ਼ ਦਿੱਤੀ, ਕੌਣ ਹੈ ਮਾਤਾ ਤੂੰ? ਤੇ ਬਾਬਾ ਜੀ ਨੇ ਬਜ਼ੁਰਗ ਮਾਤਾ ਵਰਗਾ ਹੀ ਆਵਾਜ਼ ਕੱਢ ਕੇ ਨਾ ਮਾਤਾ ਵਾਲੀ ਕਹਿਣ ਲੱਗੇ ਮੈਨੂੰ ਜੰਗਲ ਪਾਣੀ ਆਉਂਦਾ, ਵਾਰ-ਵਾਰ ਜਾਣਾ ਪੈਂਦਾ। ਹੱਥੋਂ ਫੜ ਕੇ ਨਾ ਬਾਹੋਂ ਫੜ ਕੇ ਪੁਲਿਸ ਵਾਲਾ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਬਾਹਰ ਕੱਢਿਆ। ਇਹ ਬਜ਼ੁਰਗ ਹੈ। ਹੁਣ ਜਦੋਂ ਬਾਹਰ ਆ ਗਏ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਹ ਬੁਰਕਾ ਉਤਾਰਿਆ, ਵਸਤਰ ਉਤਾਰੇ ਤੇ ਥੱਲੇ ਦੀ ਦਸਤਾਰ ਬੰਨੀ, ਲੱਕ ਸਿੱਧਾ ਕੀਤਾ ਤੇ ਤਲਵਾਰ ਕੱਢ ਕੇ ਕਹਿਣ ਲੱਗੇ ਮੇਰਾ ਨਾਮ ਬਿਧੀ ਚੰਦ, ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ, ਆ ਮੈਂ ਦਸਾਲੇ ਲੈ ਚੱਲਿਆ ਜੋ।
ਤੁਹਾਡੇ 'ਚ ਪਾਵਰ ਹੋਏ ਤੇ ਭਾਈ ਗਡਰੋਲੀ ਆ ਜਾਏ। ਬਾਬਾ ਬਿਧੀ ਚੰਦ ਸਾਹਿਬ ਜੀ ਗਏ, ਭਾਈ ਗਡਰੋਲੀ ਵਿਖੇ ਪਹੁੰਚਦੇ ਨੇ, ਸੰਗਤਾਂ ਸਤਿਗੁਰੂ ਜੀ ਦੇ ਜਲ ਦੀਆਂ ਗਾਗਰਾਂ ਪਾ ਰਹੀਆਂ। ਇੱਕ ਸਿੱਖ ਨੇ ਪੁੱਛਿਆ, ਮਹਾਰਾਜ ਤੁਸੀਂ ਜਲ ਦੀਆਂ ਗਾਗਰਾਂ ਕਿਉਂ ਪਵਾ ਰਹੇ ਹੋ? ਸਤਿਗੁਰੂ ਜੀ ਕਹਿਣ ਲੱਗੇ, ਆਉਣ ਵਾਲੇ ਨੇ ਉਹ ਦੱਸ ਦੇਣਗੇ ਤੁਹਾਨੂੰ। ਇੰਨੇ ਸਮੇਂ ਨੂੰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਆ ਕੇ ਨਮਸਕਾਰ ਕੀਤੀ। ਨਮਸਕਾਰ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਦੱਸਿਆ ਵਰਦਾਂਤ ਸਾਰਾ ਵੀ ਮੇਰੇ ਨਾਲ ਇਸ ਤਰ੍ਹਾਂ ਹੋਇਆ, ਮੈਂ ਬਲਦੇ ਭੱਠ 'ਚ ਬੈਠਾ, ਮੈਨੂੰ ਸੇਕ ਨਹੀਂ ਲੱਗਣ ਦਿੱਤਾ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ। ਸਤਿਗੁਰੂ ਜੀ ਦਾ ਐਸਾ ਬਚਨ ਸੁਣ ਕੇ ਗੁਰੂ ਦੇ ਸਿੱਖ ਪਾਸੋਂ ਸਿੱਖ ਸੰਗਤਾਂ ਹੈਰਾਨ ਹੋ ਗਈਆਂ ਕਿ ਐਡਾ ਵੱਡਾ ਗੁਰੂ ਹੈ। ਸਿੱਖ ਬਲਦੇ ਭੱਠ 'ਚ ਬੈਠਾ, ਕਿੰਨੇ ਕਿਲੋਮੀਟਰ ਦੂਰ, ਤੇ ਗੁਰੂ ਕਿੱਥੇ ਬੈਠਾ? ਆਪਣੇ ਸਰੀਰ ਤੇ ਜਲ ਦੀਆਂ ਗਾਗਰਾਂ ਪਵਾ ਰਿਹਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੁੱਚੀਆਂ ਸੰਗਤਾਂ ਦਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਸ੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਮੱਲੀ, ਸਮੁੱਚੇ ਪਰਿਵਾਰ ਦਾ, ਮਹਾਂਪੁਰਸ਼ਾਂ ਦਾ ਧੰਨਵਾਦ। ਹੋਈਆਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਆਓ ਸ਼ਬਦ ਦੀ ਸਮਾਪਤੀ ਕਰੀਏ। ਫਿਰ ਕਰੀਬਨ ਸਤਿਗੁਰੂ ਜੀ ਦੀ ਕਿਰਪਾ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾ। ਕਾਰਨ ਕਰਨ ਕਰਨ ਕਰੀਮ, ਕਿਰਪਾ ਧਾਰ ਤਾਰ ਰਹੀਮ, ਕਿਰਪਾ ਧਾਰ ਤਾਰ ਰਹੀਮ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾਏ। ਕੋਈ ਸੇਵੇ ਗੁਸਈਆ, ਕੋਈ ਅਲਾਏ, ਕੋਈ ਸੇਵੇ ਗੁਸਈਆ, ਕੋਈ ਅਲਾਏ। ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੁਸ਼ੰਦਾ, ਮੇਰੇ ਬਲ ਹੈ ਤਾਂ ਕਿਆ ਮੁਸ਼ੰਦਾ। ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਤੁਧ ਸਭ ਕਿਛ ਮੈਨੂੰ ਸੌਂਪ ਜਾਂ ਤੇਰਾ ਬੰਦਾ। ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੁਸ਼ੰਦਾ, ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੁਸ਼ੰਦਾ। ਲਖਮੀ ਕੋਟ ਨ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਗਾ। ਲੇਖਾ ਕੋਏ ਨ ਪੁੱਛਈ, ਜਾਂ ਹਰ ਬਖਸ਼ੰਦਾ। ਅਨੰਦ ਪਿਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਸਭੇ ਕਾਜ ਸਵਾਰੀਐ, ਜਾਂ ਤੁਧ ਪਾਵੰਦਾ। ਸਭੇ ਕਾਜ ਸਵਾਰੀਐ, ਜਾਂ ਤੁਧ ਪਾਵੰਦਾ। ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੁਸ਼ੰਦਾ, ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੁਸ਼ੰਦਾ। ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੁਸ਼ੰਦਾ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਢੇਰ। ਮੁਖ ਉਜਲ ਸਦਾ ਸੁਖੀ, ਨਾਨਕ
ਦੇ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਬ ਸੇਤੀ ਮਨ ਲਿਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜੀਵੀ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਹਰ ਨਾਲ ਰਹੋ ਤੂੰ ਮਨ ਮੇਰੇ ਰੋਗ ਸਭ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕਲਾ ਸਮਰੱਥ ਸੁਆਮੀ ਸੋ ਕਉ ਮਨ ਅਨੁਸਾਰ ਕਹਿ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਦਾ ਤੇਰੇ ਸਭ ਕੁਛ ਹੈ ਜਿਸਨੇ ਸੁਭਾਗ। ਸਦਾ ਸਿਫਤ ਸਲਾਹ ਤੇਰੇ ਨਾਮ ਮਨ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਮੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁਖਾ। ਕਰ ਸਾਂਗ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਦਿੱਤੀਆਂ ਕਹਿ ਨਾਨਕ ਸੁਣ ਸੰਤੋ ਸ਼ਬਦ ਰ ਪਿਆਰੋ। ਸਾਚਾ ਨਾਮ ਮੇਰਾ ਆਧਾਰ ਵਾਜੇ ਬੰਦ ਕਰ ਸਬਦ ਸ਼ਬਦ ਵਾਜੇ ਕਲਾ ਜਿਤ ਧਾਰ। ਪੰਜ ਦੂਤ ਵਸ ਕੀਤੇ ਕਾਲ ਗੜ ਮਾਰ। ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਬੋ ਅਨੰਦ ਸੁਨੋ ਬੜ ਭਾਗਿਓ ਸਗਲ ਮਨੋਰਥ। ਬਾਰ ਬ੍ਰਹਮ ਪ੍ਰਪਾਇਆ ਤੇਰੇ ਸਗਲ ਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਦੇ ਜਨ। ਸੁਣ ਦੇਵ ਨੀਤ ਕਹਤੇ ਪਵਿੱਤ ਸਤਿਗੁਰ ਹੈ ਪਰ ਭੂਲੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੋਰੇ। ਪਵਨ ਗੁਰੂ ਬਾਣੀ ਪਿਤਾ ਮਾਤਾ ਧਰਮ ਮਹਾਤ। ਦਿਵਸ ਰਾਤ ਦਾਈ ਦਾਇਆ ਖੇਲੇ ਚੰਗਿਆਈਆਂ ਬੁਰੀਆਈਆਂ ਬਾਜੇ ਧਰਮ ਹਦੂਰ। ਕਰਮੀ ਆਪੋ ਆਪਣੀ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਦੇ ਮੁਖ ਉਜੜੇ ਖੇਤੀ ਜੁਗੇ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਬਰੇ ਅਕਾਲ ਤੇਰੀ ਮਹਿਮਾ ਅਪਾਰ। ਗੁਰ ਬਰੇ ਅਕਾਲ ਤੇਰੀ ਮਹਿਮਾ ਅਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ 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 ਵਾਹਿਗੁਰੂ ਜੀ ਕੀ ਫਤਿਹ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ मात पिता हम बारक दे रे। तुमरी कृपा में सुख गने। तुमरा अंत उजे देव जा भगवंत। सगल समगरी तुमरे सूत्रधारी। तुम दे हो ऐसो आज्ञा का। जी तुमरी गात में तुम जानी। नानक दास सदा कुर्बानी।